ਦੋਸਤੋ ਤੁਹਾਡੇ ਆਪਣੇ ਚੈਨਲ ਤੇ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਅਜਿਹੀ ਜਾਣਕਾਰੀ ਜਿਸ ਬਾਰੇ ਤੁਹਾਨੂੰ ਬਹੁਤ ਹੀ ਘੱਟ ਪਤਾ ਹੋਵੇਗਾ। ਹਿੰਦੁਸਤਾਨ ਦੀ ਇੱਕ ਬਹੁਤ ਵੱਡੀ ਤਾਕਤਵਰ ਰਿਆਸਤ ਸੀ ਪਟਿਆਲਾ। ਪਟਿਆਲਾ ਜੋ ਅੱਜ ਵੀ ਰਾਜੇ ਮਹਾਰਾਜਿਆਂ ਦੇ ਨਾਮ ਤੇ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਕਦੋਂ ਸਥਾਪਨਾ ਹੋਈ, ਕਿੱਦਾਂ ਹੋਈ ਤੇ ਕਿਸਨੇ ਕੀਤੀ, ਇਹਦੇ ਬਾਰੇ ਵੀ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ। ਇੱਥੋਂ ਦੇ ਰਾਜਿਆਂ ਦੇ ਵੱਡੇ ਵੱਡੇ ਕਿੱਸਿਆਂ ਬਾਰੇ ਵੀ ਤੁਹਾਨੂੰ ਦੱਸਾਂਗੇ। ਵੀਡੀਓ ਦੇਖਣ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੁਹਾਡਾ ਸਾਥ ਸਾਡੀ ਹੌਸਲਾ ਅਫਜ਼ਾਈ ਲਈ ਬਹੁਤ ਹੀ ਕੀਮਤੀ ਹੈ। ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚੌਧਰੀ ਫੂਲ ਦੇ ਪੁੱਤਰਾਂ ਚੌਧਰੀ ਰਾਮ ਸਿੰਘ ਅਤੇ ਤਰਲੋਕ ਸਿੰਘ ਨੂੰ ਦਿੱਤੇ ਹੁਕਮਨਾਮੇ ਵਿੱਚ ਗੁਰਵਾਕ ਸੀ, ਤੇਰਾ ਘਰ ਮੇਰਾ ਆਸ ਹੈ। ਇਸ ਬਖਸ਼ਿਸ਼ ਸਦਕਾ ਹੀ ਖੁੱਲ੍ਹਦਿਲਾ ਸੁਭਾਅ ਅਤੇ ਧਰਮ ਨਿਰਪੱਖਤਾ ਸ਼ਾਹੀ ਖਾਨਦਾਨ ਦੇ ਨਾਲ-ਨਾਲ ਪਟਿਆਲਾ ਸ਼ਹਿਰ ਦੇ ਲੋਕਾਂ ਦਾ ਵੀ ਕਿਰਦਾਰ ਬਣ ਚੁੱਕਾ ਹੈ। 18ਵੀਂ ਸਦੀ ਵਿੱਚ ਸਿੱਖਾਂ ਉੱਤੇ ਵੱਧਦੇ ਜ਼ੋਰ ਜ਼ੁਲਮ ਨੂੰ ਠੱਲ ਪਾਉਣ ਅਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਪੁੱਟਣ ਲਈ ਸਿੱਖ ਜਥੇਬੰਦੀਆਂ ਮਿਸਲਾਂ ਦੇ ਰੂਪ ਵਿੱਚ ਸੰਗਠਿਤ ਹੋਣ ਲੱਗੀਆਂ। ਬਰਨਾਲੇ ਤੋਂ ਸਰਹੰਦ ਤੱਕ ਦਾ ਸਾਰਾ ਇਲਾਕਾ ਮਾਲਵੇ ਦੀ ਸ਼ਕਤੀਸ਼ਾਲੀ ਫੂਲਕੀਆਂ ਮਿਸਲ ਦੇ ਅਧੀਨ ਆ ਚੁੱਕਾ ਸੀ। ਫੂਲਕੀਆਂ ਮਿਸਲ ਦੇ ਸਰਦਾਰ ਬਾਬਾ ਆਲਾ ਸਿੰਘ ਨੇ 1763 ਵਿੱਚ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ। ਕਿਲ੍ਹੇ ਦੇ ਆਸ-ਪਾਸ ਸਰਹੰਦ ਅਤੇ ਦੂਰ ਦੁਰਾਡੋਂ ਵਪਾਰੀ ਆ ਕੇ ਵਸਣ ਲੱਗੇ ਤੇ ਦਿਨੋਂ ਦਿਨ ਵੱਧਦੀ ਆਲਾ ਸਿੰਘ ਦੀ ਪੱਟੀ ਤੋਂ ਵਿਕਸਿਤ ਹੋਇਆ ਪੰਜਾਬ ਦਾ ਸਿਰਮੌਰ ਸ਼ਹਿਰ ਪਟਿਆਲਾ। ਬਾਬਾ ਆਲਾ ਸਿੰਘ ਦਾ ਵੱਡਾ ਪੁੱਤਰ ਸਰਦੂਲ ਸਿੰਘ ਫੁਲਕੀਆਂ ਮਿਸਲ ਦੀ ਅਗਵਾਈ ਕਰਦਾ ਜੰਗ ਵਿੱਚ ਸ਼ਹੀਦ ਹੋ ਗਿਆ। ਉਹ ਥਾਂ ਹੁਣ ਸਰਦੂਲਗੜ੍ਹ ਦੇ ਨਾਂ ਨਾਲ ਮਸ਼ਹੂਰ ਹੈ। 1765 ਈਸਵੀ ਵਿੱਚ ਬਾਬਾ ਆਲਾ ਸਿੰਘ ਦੇ ਪੋਤਰੇ ਰਾਜਾ ਅਮਰ ਸਿੰਘ ਨੇ ਰਿਆਸਤ ਦੀ ਵਾਗਡੋਰ ਸੰਭਾਲੀ। ਥੋੜੇ ਸਾਲਾਂ ਅੰਦਰ ਹੀ ਰਾਜਾ ਅਮਰ ਸਿੰਘ ਦੀ ਦਲੇਰੀ ਅਤੇ ਰਾਜਨੀਤਿਕ ਸੂਝ ਕਾਰਨ ਪਟਿਆਲਾ ਰਿਆਸਤ ਦੀਆਂ ਸਰਹੱਦਾਂ ਚਾਰੇ ਪਾਸੇ ਫੈਲ ਗਈਆਂ। ਅੰਗਰੇਜ਼ ਅਧਿਕਾਰੀ ਅਤੇ ਇਤਿਹਾਸਕਾਰ ਲੈਪਲ ਗ੍ਰਿਫਨ ਦੇ ਮੁਤਾਬਿਕ ਰਾਜਾ ਅਮਰ ਸਿੰਘ ਜਮਨਾ ਅਤੇ ਸਤਲੁਜ ਵਿਚਾਲੇ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ। ਉਹਨਾਂ ਨੇ ਸੈਂਕੜੇ ਬੰਦਿਆਂ ਨੂੰ ਨਾਲ ਲਿਜਾ ਰਹੇ ਅਹਿਮਦ ਸ਼ਾਹ ਅਬਦਾਲੀ ਤੋਂ 1 ਲੱਖ ਰੁਪਏ ਦੇ ਕੇ ਛੁਡਵਾਇਆ, ਜਿਸ ਕਾਰਨ ਉਹਨਾਂ ਨੂੰ ਬੰਦੀ ਛੋੜ ਰਾਜਾ ਵੀ ਕਹਿੰਦੇ ਰਹੇ ਹਨ। ਰਾਜਾ ਅਮਰ ਸਿੰਘ ਨੇ ਹੀ ਗੁਲ ਖਾਂ ਤੋਂ ਸੈਫਾਬਾਦ ਦਾ ਕਿਲ੍ਹਾ ਜਿੱਤਿਆ। ਪਟਿਆਲਾ ਰਿਆਸਤ ਤੇਜ਼ੀ ਨਾਲ ਪ੍ਰਫੁੱਲਤ ਹੋ ਰਹੀ ਸੀ ਜਦੋਂ 33 ਵਰ੍ਹਿਆਂ ਦੇ ਰਾਜਾ ਅਮਰ ਸਿੰਘ ਦੀ ਅਚਾਨਕ 1781 ਵਿੱਚ ਮੌਤ ਹੋ ਗਈ। ਉਹਨਾਂ ਦੇ ਪੁੱਤਰ ਸਾਹਿਬ ਸਿੰਘ ਨੂੰ 7 ਸਾਲਾਂ ਦੀ ਨਿੱਕੀ ਉਮਰੇ ਰਾਜਗੱਦੀ ਤੇ ਬਿਠਾਇਆ। ਇਸ ਸਥਿਤੀ ਵਿੱਚ ਮੌਕਾ ਪਰਸਤ ਮਰਾਠਿਆਂ ਨੇ ਪਟਿਆਲੇ ਤੇ ਹਮਲਾ ਕਰ ਦਿੱਤਾ, ਪਰ ਬੇਮਿਸਾਲ ਬਹਾਦੁਰੀ ਦੀ ਮੂਰਤ ਅਤੇ ਪੰਜਾਬ ਦੀ ਸ਼ੇਰਣੀ ਰਾਜੇ ਦੀ ਵੱਡੀ ਭੈਣ ਬੀਬੀ ਸਾਹਿਬ ਕੌਰ ਨੇ ਫੌਜ ਦੀ ਕਮਾਨ ਸੰਭਾਲੀ। ਦਿੱਲੀ ਤੇ ਕਾਬਜ਼ ਹੋ ਚੁੱਕੇ ਸ਼ਕਤੀਸ਼ਾਲੀ ਮਰਾਠਿਆਂ ਨੂੰ ਬੀਬੀ ਸਾਹਿਬ ਕੌਰ ਦੀ ਅਗਵਾਈ ਹੇਠ ਸ਼ਾਹੀ ਫੌਜਾਂ ਨੇ ਸਾਹਿਬਾਬਾਦ ਦੇ ਸਥਾਨ ਤੇ ਸ਼ਿਕਸਤ ਦਿੱਤੀ ਅਤੇ ਬਹਾਦੁਰੀ ਦੀ ਮਿਸਾਲ ਕਾਇਮ ਕਰਕੇ ਪਟਿਆਲੇ ਨੂੰ ਸੁਰੱਖਿਅਤ ਕੀਤਾ। ਪਟਿਆਲਾ ਦੇ ਅਗਲੇ ਸਰਤਾਜ ਮਹਾਰਾਜਾ ਕਰਮ ਸਿੰਘ ਦੀ ਤਾਜਪੋਸ਼ੀ ਸਨ 1813 ਵਿੱਚ ਹੋਈ। ਮਹਾਰਾਜਾ ਕਰਮ ਸਿੰਘ ਦੇ ਰਾਜਕਾਲ ਵਿੱਚ ਪਟਿਆਲਾ ਵਿਖੇ ਕਈ ਸੁੰਦਰ ਇਮਾਰਤਾਂ ਉਸਾਰੀਆਂ ਗਈਆਂ। ਆਲੀਸ਼ਾਨ ਸ਼ਾਹੀ ਦਰਬਾਰ ਹਾਲ ਦੀ ਉਸਾਰੀ ਤੋਂ ਬਾਅਦ ਕਿਲ੍ਹਾ ਮੁਬਾਰਕ ਦਾ ਨਿਰਮਾਣ ਮੁਕੰਮਲ ਹੋਇਆ। ਪਟਿਆਲਾ ਸੁਖ ਸ਼ਾਂਤੀ ਦੇ ਮਾਹੌਲ ਵਿੱਚ ਪਲਰਨ ਲੱਗਾ। ਕਿਲ੍ਹਾ ਮੁਬਾਰਕ ਵਿੱਚ ਬਣੇ ਬੁਰਜ ਆਲਾ ਸਿੰਘ ਵਿੱਚ ਜਵਾਲਾ ਜੀ ਤੋਂ ਲਿਆਉਂਦੀ ਨਿਰੰਤਰ ਜਲਦੀ ਜੋਤ, ਢੱਕ ਦੀ ਲੱਕੜ ਦੀ ਰੂਹਾਨੀ ਧੂਣੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅੱਜ ਵੀ ਪਟਿਆਲੇ ਦੀ ਧਰਮ ਨਿਰਪੱਖਤਾ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਸੈਫਾਬਾਦ ਦੇ ਕਿਲੇ ਨੂੰ
पक्का करवा के महाराजा करम सिंह ने श्री गुरु तेग बहादुर साहब जी की याद विच पिंड अते किले का नाम बहादुरगढ़ रखवाया। बहादुरगढ़ विखे गुरु साहिब की याद विच गुरुद्वारा भी उसारिया गया। सरहंद शहर का नाम बदल के साहिबजादा फतेह सिंह के नां ते फतेहगढ़ साहिब रख दिता गया अते साहिबजादियां दी लासानी कुर्बानी अते माता गुजरी जी की याद विच गुरुद्वारे बनाए गए। एक महान उसरइये अते कला दे वड्डे सरपरस्त महाराजा नरिंदर सिंह ने 1845 विच राजगद्दी संभाली। उन्होंने ही 1847 विच आर्कीटैक्चर की शानदार मिसाल मोती बाग महल उसारिया अते उसके नाल ही एक होर आकर्षक इमारत शीश महल की उसारी करवाई। सैलानियों लई इन्हां विशाल इमारतां की कारीगरी अते मीनाकारी अज भी खिच दा केंद्र बनी हुई है। उन्होंने पटियाले की रखिया खातर शहर की किलाबंदी करवाई अते 10 गेट बनवाए, जिन्हां विचों कई गेट अज भी अडोल खड़े हैं, जिवें सरहंदी गेट ते समाणिया गेट। शेरावाला गेट की पुनर उसारी हुई है ते हुण माल रोड के उत्ते सुशोभित है। पटियाला के सिरजणहार बाबा आला सिंह की याद नूं अमर रखण लई शाही समाधां की मौजूदा इमारत का निर्माण भी महाराजा नरिंदर सिंह ने करवाया। महाराजा महेंद्र सिंह 1862 विच तखत ते बैठे। उस समय पटियाला ने सिक्ख्या खेतर विच प्रवेश किया जदों महाराजा महेंद्र सिंह ने कैंब्रिज अते ऑक्सफोर्ड संस्थावां ते आधारित महिंद्रा कॉलेज की स्थापना सन 1875 ईस्वी विच कीती। कलकत्ता यूनिवर्सिटी नाल एफिलेटेड यह कॉलेज दिल्ली ते लाहौर दरमियान उचेरी सिक्ख्या का पहला केंद्र सी। महिंद्रा कॉलेज की विशेषता यह सी कि अंडर ग्रैजुएट की सिक्ख्या बिल्कुल मुफ्त दी जाती सी। समाज की जागरूकता लई महाराजा महेंद्र सिंह ने पटियाले विच सिक्ख्या विभाग की स्थापना की अते रियासत विच कई स्कूल खोले जिथे बच्चों नूं सिक्ख्या मुफ्त दी जाती सी। महाराजा राजेंद्र सिंह ने 1876 विच राज संभालिया। अपने पिता के नक्शे कदमां ते चलदे होए महाराजा राजेंद्र सिंह ने सिक्ख्या के विकास लई पटियाले विखे पहली पब्लिक लाइब्रेरी की स्थापना की। अपनी रियाया की सेहत संभाल लई माल रोड उत्ते राजेंद्र हस्पताल बनवाया। औरतां नूं सेहत सहूलतां प्रदान करन लई लेडी डफरिन हस्पताल बनाया, जिसका नाम हुण माता कुशल्या हस्पताल है। उन्हां समयां विच महाराजा ने राजपुरे तो बठिंडा लाइन विछाउण लई 70 लाख रुपए दिते। पटियाला शहर भारतीय रेल नैटवर्क नाल जुड़िया अते तरक्की दी पटड़ी ते दौड़न लगा। वन सुवन्ने रुखां नाल सुसज्जित पटियाले दा 12 गेटां वाला मशहूर बारादरी गार्डन भी उन्हां दी ही सोच की उपज है। इत्थे 150 साल तो भी वध पुराने विलक्षण रुख वेखण नूं मिलदे हन। इत्थे ही इतिहासक राजेंद्रा कोठी अते पंजाब दा पहला रोलर स्केटिंग रिंग हॉल स्थित है। पटियाला रियासत विच बाबा आला सिंह दे समय तो ही खेडां नूं अहमियत दित्ती जाण लग पई सी, पर महाराजा राजेंद्र सिंह दे राजकाल दौरान पटियाले विच आधुनिक खेडां क्रिकेट अते पोलो प्रफुल्लत होईयां। बारांदरी बाग अंदर इंग्लैंड दे मशहूर लॉर्ड्स क्रिकेट स्टेडियम ते आधारित क्रिकेट ग्राउंड बनवाया। जबरदस्त बल्लेबाज रणजीत सिंह जी पटियाला 11 दा खिडारी सी, जिस दे नां ते बाद विच रणजी टूर्नामेंट शुरू होया। पटियाला टाइगर्स पोलो टीम के खिलाड़ी जनरल चंदा सिंह ढिल्लों का नाम जगत प्रसिद्ध होया। रुस्तमे हिंद अते रुस्तमे जमा दा जेतू
ਭਾਰਤ ਦਾ ਮਸ਼ਹੂਰ ਗਾਮਾ ਪਹਿਲਵਾਨ ਪਟਿਆਲਾ ਦਰਬਾਰ ਦੀ ਦੇਣ ਸੀ, ਜਿਸ ਨੂੰ ਅਖਾੜੇ ਲਈ ਮਹਾਰਾਜਾ ਰਾਜਿੰਦਰ ਸਿੰਘ ਵੱਲੋਂ ਜਗੀਰ ਬਖਸ਼ੀ ਗਈ ਸੀ। ਪਟਿਆਲਾ ਰਿਆਸਤ ਦੇ 8ਵੇਂ ਵਾਰਿਸ ਮਹਾਰਾਜਾ ਭੁਪਿੰਦਰ ਸਿੰਘ ਦੀ ਤਾਜਪੋਸ਼ੀ ਸਨ 1900 ਵਿੱਚ ਹੋਈ। ਮਹਾਰਾਜਾ ਭੁਪਿੰਦਰ ਸਿੰਘ ਦੇ ਰਾਜਕਾਲ ਵਿੱਚ ਖੇਡਾਂ ਦਾ ਭਰਪੂਰ ਵਿਕਾਸ ਹੋਇਆ, ਜਿਸ ਨਾਲ ਪਟਿਆਲੇ ਦਾ ਨਾਮ ਦੁਨੀਆ ਭਰ ਵਿੱਚ ਜਾਣਿਆ ਜਾਣ ਲੱਗਾ। ਉਹਨਾਂ ਨੇ 1911 ਵਿੱਚ 19 ਸਾਲਾਂ ਦੀ ਉਮਰੇ ਇੰਗਲੈਂਡ ਦੌਰੇ ਸਮੇਂ ਭਾਰਤੀ ਟੀਮ ਦੀ ਕਪਤਾਨੀ ਕੀਤੀ। ਮਹਾਰਾਜਾ ਭੁਪਿੰਦਰ ਸਿੰਘ ਨੇ ਹੀ ਕ੍ਰਿਕਟ ਕਲੱਬ ਆਫ ਇੰਡੀਆ ਦਾ ਸੰਗਠਨ ਕੀਤਾ ਅਤੇ ਉਸ ਦੇ ਪਹਿਲੇ ਪ੍ਰਧਾਨ ਬਣੇ। ਪਟਿਆਲੇ ਦਾ ਦਲੀਪ ਸਿੰਘ 1924 ਦੀਆਂ 올림픽 ਗੇਮਸ ਵਿੱਚ ਜਾਣ ਵਾਲਾ ਭਾਰਤ ਦਾ ਪਹਿਲਾ ਖਿਡਾਰੀ ਚੁਣਿਆ ਗਿਆ। ਭਾਰਤੀ ਕ੍ਰਿਕਟ ਲੀਗ ਦੀ ਪ੍ਰਸਿੱਧ ਰਣਜੀ ਟਰਾਫੀ ਵੀ ਮਹਾਰਾਜਾ ਭੁਪਿੰਦਰ ਸਿੰਘ ਦੀ ਦੇਣ ਹੈ। ਉਸ ਸਮੇਂ ਪਟਿਆਲਾ ਨੂੰ ਸਪੋਰਟਸ ਕੈਪੀਟਲ ਆਫ ਇੰਡੀਆ ਵੀ ਕਿਹਾ ਜਾਣ ਲੱਗਾ। ਪਟਿਆਲਾ ਨੇ ਆਧੁਨਿਕਤਾ ਵਿੱਚ ਪ੍ਰਵੇਸ਼ ਕੀਤਾ ਜਦੋਂ 1907 ਵਿੱਚ ਭਾਰਤ ਦੀ ਪਹਿਲੀ ਪਟਿਆਲਾ ਸਟੇਟ ਮੋਨੋਰੇਲ ਟ੍ਰੇਨਵੇਜ਼ ਨੂੰ ਬੱਸੀ ਪਠਾਣਾ ਤੋਂ ਮੋਰਿੰਡਾ ਵਿੱਚ ਸ਼ੁਰੂ ਕੀਤਾ ਗਿਆ, ਜੋ ਅੱਜ ਵੀ ਦਿੱਲੀ ਵਿਖੇ ਨੈਸ਼ਨਲ ਰੇਲ ਮਿਊਜ਼ੀਅਮ ਵਿੱਚ ਸੁਸ਼ੋਭਿਤ ਹੈ। ਮਹਾਰਾਜਾ ਭੁਪਿੰਦਰ ਸਿੰਘ ਨੇ ਪਟਿਆਲਾ ਦੀ ਸ਼ੋਹਰਤ ਨੂੰ ਅੰਬਰਾਂ ਤੱਕ ਪਹੁੰਚਾਇਆ। ਉਹਨਾਂ ਦੀ ਬਦੌਲਤ ਹੀ ਪਟਿਆਲਾ ਫਲਾਈਂਗ ਕਲੱਬ ਹੋਂਦ ਵਿੱਚ ਆਇਆ। ਭਾਰਤ ਦੇ ਕਈ ਨਾਮਵਰ ਪਾਇਲਟਸ ਨੇ ਇੱਥੋਂ ਟ੍ਰੇਨਿੰਗ ਲੈ ਕੇ ਉਡਾਨ ਭਰੀ। ਮਹਾਰਾਜਾ ਭੁਪਿੰਦਰ ਸਿੰਘ ਨੇ ਹੀ ਪੰਜਾਬੀ ਨੂੰ ਰਾਜ ਭਾਸ਼ਾ ਬਣਾਇਆ ਅਤੇ ਪੰਜਾਬੀ ਦੀ ਪਹਿਲੀ ਟਾਈਪਰਾਈਟਰ ਬਣਵਾਈ, ਜਿਸ ਨੂੰ ਸ਼ੁਰੂ ਵਿੱਚ ਭੁਪਿੰਦਰਾ ਟਾਈਪਰਾਈਟਰ ਕਿਹਾ ਜਾਂਦਾ ਸੀ। ਉਹਨਾਂ ਨੇ ਹੀ ਭਾਈ ਕਾਨ ਸਿੰਘ ਨਾਭਾ ਕਰਿਤ ਗੁਰਸ਼ਬਦ ਰਤਨਾਕਰ ਮਹਾਕੋਸ਼ ਨੂੰ 70,000 ਰੁਪਏ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਕਰਵਾਇਆ। ਉਸੇ ਦੌਰ ਵਿੱਚ ਸੰਗੀਤ ਨੂੰ ਉੱਚ ਦਰਜਾ ਮਿਲਿਆ। ਸੰਗੀਤ ਦੀ ਦੁਨੀਆ ਦੇ ਮੰਨੇ ਪਰਮੰਨੇ ਕਲਾਸੀਕਲ ਗਾਇਕ ਅਲੀ ਬਖਸ਼ ਅਤੇ ਉਹਨਾਂ ਦੇ ਪੁੱਤਰ ਬੜੇ ਗੁਲਾਮ ਅਲੀ ਖਾਨ ਨੇ ਪਟਿਆਲਾ ਘਰਾਣੇ ਦਾ ਨਾਮ ਸਿਖਰ ਤੱਕ ਪਹੁੰਚਾਇਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਪਾਕਿਸਤਾਨ ਦਾ ਬਿਹਤਰੀਨ ਕਲਾਸੀਕਲ ਸੰਗੀਤ ਪਟਿਆਲਾ ਘਰਾਣੇ ਤੇ ਆਧਾਰਿਤ ਹੈ। ਮਹਾਰਾਜਾ ਨੇ ਰਿਆਸਤ ਦੀ ਆਰਥਿਕ ਵਿਵਸਥਾ ਦੀ ਉન્નਤੀ ਲਈ ਬੈਂਕ ਆਫ ਪਟਿਆਲਾ ਦੀ ਕਿਲਾ ਚੌਕ ਵਿਖੇ ਸਥਾਪਨਾ ਕੀਤੀ, ਜੋ ਬਾਅਦ ਵਿੱਚ ਮਾਲ ਰੋਡ ਉੱਤੇ ਸਟੇਟ ਬੈਂਕ ਆਫ ਪਟਿਆਲਾ ਬਣਿਆ। ਸ਼ੀਸ਼ ਮਹਿਲ ਵਿੱਚ ਸਥਾਪਿਤ ਦੁਨੀਆ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਵਿੱਚ ਤਕਰੀਬਨ 3200 ਮੈਡਲ ਅਤੇ ਸਨਮਾਨ ਮੌਜੂਦ ਹਨ, ਜਿਨ੍ਹਾਂ ਵਿੱਚ ਇੰਗਲੈਂਡ ਦਾ ਆਰਡਰ ਆਫ ਗਾਰਟਰ, ਆਸਟਰੀਆ ਦਾ ਆਰਡਰ ਆਫ ਗੋਲਡਨ ਫਲੀਸ ਅਤੇ ਵਿਕਟੋਰੀਆ ਕ੍ਰਾਸ ਵਰਗੇ ਪ੍ਰਸਿੱਧ ਮੈਡਲ ਵੇਖਣ ਨੂੰ ਮਿਲਦੇ ਹਨ। ਧਰਮ ਨਿਰਪੱਖ ਮਹਾਰਾਜਾ ਭੁਪਿੰਦਰ ਸਿੰਘ ਨੇ ਕਾਲੀ ਘਾਟ ਕਲਕੱਤੇ ਤੋਂ ਮਹਾਕਾਲੀ ਦੇਵੀ ਦੀ ਜੋਤ ਅਤੇ ਮੂਰਤੀ ਲਿਆ ਕੇ ਕਾਲੀ ਮਾਤਾ ਦੇ ਮੰਦਿਰ ਦੀ ਸਥਾਪਨਾ ਕੀਤੀ। ਮਹਾਰਾਜਾ ਭੁਪਿੰਦਰ ਸਿੰਘ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਸਦਕਾ ਹੀ ਉਹ ਭਾਰਤੀ ਪਾਰਲੀਮੈਂਟ ਦੀ ਤੀਸਰੀ ਸਭਾ ਚੈਂਬਰ ਆਫ ਪ੍ਰਿੰਸੈਸ ਦੇ ਚਾਂਸਲਰ ਰਹੇ, ਜਿਸ ਨਾਲ ਪਟਿਆਲਾ ਰਿਆਸਤ ਭਾਰਤ ਦੇ ਸਿਆਸੀ ਨਕਸ਼ੇ ਉੱਤੇ ਪ੍ਰਮੁੱਖ ਤੌਰ ਤੇ ਉਭਰੀ। 1938 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੇ ਵੱਡੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਗੱਦੀ ਨਸ਼ੀਂ ਹੋਏ। ਮਹਾਰਾਜਾ ਯਾਦਵਿੰਦਰ ਸਿੰਘ 552 ਰਿਆਸਤਾਂ ਦੇ ਉਹਨਾਂ ਸੂਝਵਾਨ ਸ਼ਾਸਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ 1947 ਵਿੱਚ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੀ ਰਿਆਸਤਾਂ ਨੂੰ ਭਾਰਤੀ ਯੂਨੀਅਨ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਭਾਰਤ ਨੂੰ ਟੋਟੇ-ਟੋਟੇ ਹੋ ਜਾਣ ਤੋਂ ਬਚਾਇਆ। ਪੈਪਸੂ ਦੇ ਸੰਗਠਨ ਸਮੇਂ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਵਿੱਚ ਸਪੀਚ ਦਿੰਦਿਆਂ ਸਰਦਾਰ ਪਟੇਲ ਨੇ ਕਿਹਾ ਸੀ, ਜੇ ਮੈਨੂੰ ਦੁਬਾਰਾ ਜਨਮ ਲੈਣ ਦਾ ਮੌਕਾ ਮਿਲਦਾ ਹੈ ਤਾਂ ਮੈਂ ਮਹਾਰਾਜਾ ਅਧਿਰਾਜ ਯਾਦਵਿੰਦਰ ਸਿੰਘ ਦੇ ਰਾਜ ਵਿੱਚ ਜਨਮ ਲੈਣਾ ਚਾਹਾਂਗਾ।
1947 ਵਿੱਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੀ ਪੈਪਸੂ ਦੇ ਰਾਜ ਪ੍ਰਮੁੱਖ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਨੇ ਖੁੱਲ੍ਹੇ ਹੱਥੀਂ ਮਦਦ ਕੀਤੀ ਤੇ ਉਹਨਾਂ ਨੂੰ ਪਟਿਆਲੇ ਵਿੱਚ ਵਸਾਇਆ, ਜਿਸ ਤੋਂ ਬਾਅਦ ਪਟਿਆਲਾ ਇੱਕ ਮਲਟੀ ਕਲਚਰਲ ਸ਼ਹਿਰ ਵਜੋਂ ਵਿਕਸਤ ਹੋਇਆ। ਪਟਿਆਲਵੀ ਸਲੀਕਾ ਅਤੇ ਰੀਤੀ ਰਿਵਾਜ ਕੇਵਲ ਸ਼ਾਹੀ ਮਹਿਲ ਦੀਆਂ 4 ਦੀਵਾਰਾਂ ਤੱਕ ਹੀ ਸੀਮਤ ਨਹੀਂ ਰਹੇ, ਸਗੋਂ ਪਟਿਆਲੇ ਦੇ ਆਮ ਲੋਕਾਂ ਨੇ ਵੀ ਅਪਣਾਏ। ਪਟਿਆਲਾ ਸ਼ਾਹੀ ਸਲਵਾਰ, ਪਟਿਆਲਾ ਸ਼ਾਹੀ ਪੰਜਾਬੀ ਜੁੱਤੀ, ਪਟਿਆਲਾ ਸ਼ਾਹੀ ਪੱਗ ਇਸ ਦੀ ਮਿਸਾਲ ਹੈ। ਉਹਨਾਂ ਨੇ ਹੀ ਅਜੋਕੇ ਪਟਿਆਲੇ ਦੀਆਂ ਅਹਿਮ ਇਮਾਰਤਾਂ ਬਣਵਾਈਆਂ, ਜਿਵੇਂ ਕਿ ਹਿੰਦੁਸਤਾਨ ਦਾ ਪਹਿਲਾ ਸਿੰਟਰ ਟਰੈਕ ਯਾਦਵਿੰਦਰਾ ਸਟੇਡੀਅਮ, ਆਰਮੀ ਹੈੱਡਕੁਆਰਟਰਸ, ਸੋਲਜਰਸ ਕਲੱਬ, ਜਿਮਖਾਨਾ ਆਦਿ। ਵੰਡ ਤੋਂ ਬਾਅਦ ਹੀ ਲਾਹੌਰ ਦੇ ਐਚੀਸਨ ਕਾਲਜ ਦੀ ਤਰਜ਼ ਤੇ ਪਟਿਆਲਾ ਵਿੱਚ ਯਾਦਵਿੰਦਰਾ ਪਬਲਿਕ ਸਕੂਲ ਦੀ ਸਥਾਪਨਾ ਕੀਤੀ ਗਈ। YPS ਤੋਂ ਪੜ੍ਹ ਕੇ ਵਿਦਿਆਰਥੀਆਂ ਨੇ ਪਟਿਆਲੇ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ। ਪਟਿਆਲਾ ਦਾ ਨਵਾਂ ਰਾਜਿੰਦਰਾ ਹਸਪਤਾਲ ਵੀ ਉਹਨਾਂ ਦੇ ਸਮੇਂ ਹੋਂਦ ਵਿੱਚ ਆਇਆ, ਜਿੱਥੋਂ ਦਾ ਮੈਡੀਕਲ ਕਾਲਜ ਪਿਛਲੇ 70 ਸਾਲਾਂ ਤੋਂ ਹਰ ਮੁਹਾਰਤ ਦੇ ਮਾਹਰ ਡਾਕਟਰ ਉਤਪੰਨ ਕਰ ਰਿਹਾ ਹੈ। 6 ਫੁੱਟ 4 ਇੰਚ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਆਸਟ੍ਰੇਲੀਆ ਨਾਲ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਦੀ ਕਪਤਾਨੀ ਕੀਤੀ। 1938 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਤੋਂ ਬਾਅਦ ਮਹਾਰਾਜਾ ਯਾਦਵਿੰਦਰ ਸਿੰਘ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਅਤੇ ਇਹਨਾਂ ਤੋਂ ਬਾਅਦ ਇਹਨਾਂ ਦੇ ਛੋਟੇ ਭਰਾ ਰਾਜਾ ਭਲਿੰਦਰ ਸਿੰਘ ਪ੍ਰਧਾਨ ਰਹੇ। ਪੈਪਸੂ ਦੇ ਰਾਜ ਪ੍ਰਮੁੱਖ ਵਜੋਂ ਮਹਾਰਾਜਾ ਯਾਦਵਿੰਦਰ ਸਿੰਘ ਨੇ 1956 ਵਿੱਚ 250 ਏਕੜ 'ਚ ਥਾਪਰ ਕਾਲਜ ਅਤੇ 1962 ਵਿੱਚ 316 ਏਕੜ ਵਿੱਚ ਬਤੌਰ ਚੇਅਰਮੈਨ ਪੰਜਾਬੀ ਯੂਨੀਵਰਸਿਟੀ ਕਮਿਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸਥਾਪਿਤ ਕੀਤਾ। ਖੇਡਾਂ ਦੇ ਵਿਕਾਸ ਲਈ ਭਾਰਤ ਦੇ ਪਹਿਲੇ ਰਾਸ਼ਟਰੀ ਪੱਧਰ ਤੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੀ ਸਥਾਪਨਾ ਵੀ ਮਹਾਰਾਜਾ ਸਾਹਿਬ ਦੇ ਯਤਨਾਂ ਨਾਲ ਹੋਈ, ਜੋ ਕਿ 268 ਏਕੜ 'ਚ ਫੈਲਿਆ ਹੋਇਆ ਹੈ। 1956 ਵਿੱਚ ਪੈਪਸੂ ਦੀ ਸਮਾਪਤੀ ਤੋਂ ਬਾਅਦ ਪਟਿਆਲਾ ਸ਼ਾਹੀ ਖਾਨਦਾਨ ਦਾ ਭਾਰਤੀ ਰਾਜਨੀਤੀ ਵਿੱਚ ਸਿਆਸੀ ਦੌਰ ਸ਼ੁਰੂ ਹੋਇਆ, ਜਦੋਂ ਮਹਾਰਾਜਾ ਯਾਦਵਿੰਦਰ ਸਿੰਘ UNO ਦੇ ਇੰਡੀਅਨ ਡੈਲੀਗੇਟ ਬਣੇ ਅਤੇ ਫਿਰ ਇਟਲੀ ਤੇ ਨੀਦਰਲੈਂਡ ਦੇ ਐਂਬੈਸਡਰ ਵੀ ਰਹੇ। ਮਹਾਰਾਣੀ ਮਹਿੰਦਰ ਕੌਰ ਰਾਜ ਸਭਾ ਤੇ ਫਿਰ ਲੋਕ ਸਭਾ ਦੇ ਮੈਂਬਰ ਰਹੇ। ਉਹਨਾਂ ਆਪਣਾ ਸਾਰਾ ਸਮਾਂ ਪਟਿਆਲੇ ਦੀ ਤਰੱਕੀ ਅਤੇ ਲੋਕ ਭਲਾਈ ਦੇ ਕੰਮਾਂ ਲਈ ਸਮਰਪਣ ਕੀਤਾ। ਪਟਿਆਲਾ ਸ਼ਾਹੀ ਖਾਨਦਾਨ ਦੇ 10ਵੇਂ ਵਾਰਸ ਕੈਪਟਨ ਅਮਰਿੰਦਰ ਸਿੰਘ ਨੂੰ ਦੇਸ਼ ਪ੍ਰੇਮ ਅਤੇ ਕੁਰਬਾਨੀ ਦਾ ਜਜ਼ਬਾ ਆਪਣੇ ਦਾਦਾ ਅਤੇ ਪਿਤਾ ਤੋਂ ਵਿਰਾਸਤ ਵਿੱਚ ਮਿਲਿਆ। ਉਹ ਪਹਿਲਾਂ NDA ਤੇ ਫਿਰ IMA ਕਰਕੇ ਭਾਰਤੀ ਫੌਜ ਵਿੱਚ ਕੈਪਟਨ ਬਣੇ। 1965 ਦੀ ਭਾਰਤ-ਪਾਕ ਜੰਗ ਦੌਰਾਨ ਉਹ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਦੇ ADC ਵੀ ਰਹੇ। ਇਹਨਾਂ ਤਜਰਬਿਆਂ ਵਿੱਚੋਂ ਹੀ ਉਹ ਇੱਕ ਮਕਬੂਲ ਮਿਲਟਰੀ ਹਿਸਟੋਰੀਅਨ ਅਤੇ ਬੌਧਿਕ ਲੇਖਕ ਵਜੋਂ ਪ੍ਰਸਿੱਧ ਹੋਏ। ਪਟਿਆਲਾ ਸ਼ਾਹੀ ਖਾਨਦਾਨ ਦੇ ਸਿਆਸੀ ਦੌਰ ਨੂੰ ਅੱਗੇ ਤੋਰਦੇ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਇਕੱਲੇ ਪਟਿਆਲੇ ਦਾ ਹੀ ਨਹੀਂ, ਸਗੋਂ ਸਾਰੇ ਪੰਜਾਬ ਦਾ ਵਿਕਾਸ ਕੀਤਾ। ਉਹਨਾਂ ਦੇ ਕਾਰਜਕਾਲ ਵਿੱਚ ਹੀ ਪਟਿਆਲਾ ਵਿਖੇ ਪਹਿਲਾਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਤੇ ਫਿਰ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਸਥਾਪਿਤ ਹੋਈਆਂ। ਕੈਪਟਨ ਅਮਰਿੰਦਰ ਸਿੰਘ ਦੀ ਬਦੌਲਤ ਹੀ ਪੰਜਾਬ ਦਾ ਪਹਿਲਾ ਪੰਜਾਬ ਸਟੇਟ ਐਰੋਨੌਟਿਕਲ ਇੰਜੀਨੀਅਰਿੰਗ ਕਾਲਜ ਪਟਿਆਲੇ ਵਿੱਚ ਸਥਾਪਿਤ ਹੋਇਆ। ਅੱਜ ਪਟਿਆਲਾ ਪੰਜਾਬ ਦਾ ਐਜੂਕੇਸ਼ਨ ਕੈਪੀਟਲ ਹੈ, ਜਿੱਥੇ ਸਿੱਖਿਆ ਪ੍ਰਣਾਲੀ ਦੇ ਤਕਰੀਬਨ ਹਰ ਵਿਭਾਗ ਦਾ ਕਾਲਜ ਜਾਂ ਯੂਨੀਵਰਸਿਟੀ ਮੌਜੂਦ ਹੈ। ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਨਾਲ ਪਟਿਆਲੇ ਵਿਖੇ ਸਥਾਪਿਤ ਡੀਜ਼ਲ ਲੋਕੋ ਮਾਡਰਨਾਈਜੇਸ਼ਨ ਵਰਕਸ ਇਲਾਕੇ ਦੇ ਸੈਂਕੜੇ ਨੌਜਵਾਨਾਂ ਦੇ ਰੋਜ਼ਗਾਰ ਦਾ ਜ਼ਰੀਆ ਬਣਿਆ। ਆਪ ਜੀ ਦੀ ਧਰਮ ਪਤਨੀ ਸ਼੍ਰੀਮਤੀ ਪਰਨੀਤ ਕੌਰ ਵੀ ਪਟਿਆਲਾ ਦੇ ਬਹੁਤ ਹਰਮਨ ਪਿਆਰੇ ਨੇਤਾ ਹਨ। 3 ਵਾਰ ਲਗਾਤਾਰ ਲੋਕ ਸਭਾ ਵਿੱਚ ਬਤੌਰ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਵਜੋਂ ਸੇਵਾ ਨਿਭਾਈ। ਮੌਜੂਦਾ ਸਮੇਂ ਆਪ 4ਥੀ ਵਾਰ ਲੋਕ ਸਭਾ ਦੇ ਮੈਂਬਰ ਹਨ।